Hello dear students, how are you all? Welcome back to the session of class 7th math subject, and today we are going to discuss about some important sums and MCQs based on the chapter number 1, that is integers. Okay, ਤੇ ਪਿਆਰੇ ਵਿਦਿਆਰਥੀਓ integers ਨੂੰ ਅਸੀਂ ਆਖਦੇ ਹਾਂ ਸੰਪੂਰਨ ਸੰਖਿਆਵਾਂ। ਠੀਕ ਹੈ, ਤੇ ਬੱਚੋ ਸੰਪੂਰਨ ਸੰਖਿਆਵਾਂ ਬਾਰੇ ਸਾਰੇ ਬੱਚਿਆਂ ਨੂੰ ਪਤਾ ਹੋਵੇਗਾ ਕਿ ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਨੇ। ਸੰਪੂਰਨ ਸੰਖਿਆਵਾਂ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸਾਰੇ ਨੰਬਰ ਆ ਜਾਂਦੇ ਨੇ ਇਨਕਲੂਡਿੰਗ ਜ਼ੀਰੋ, ਤੇ ਸਾਰੇ ਨੰਬਰ ਦਾ ਮਤਲਬ ਹੁੰਦਾ ਹੈ ਬੱਚੋ ਸਾਰੇ ਨੈਗੇਟਿਵ ਇੰਟੀਜਰਸ। ਠੀਕ ਹੈ, ਨੈਗੇਟਿਵ ਨੰਬਰਸ, ਜ਼ੀਰੋ ਤੇ ਪੋਜ਼ਿਟਿਵ ਇੰਟੀਜਰਸ। ਠੀਕ ਹੈ, ਤੇ ਬੱਚੋ ਜੇਕਰ ਅਸੀਂ ਇਹਨਾਂ ਨੂੰ ਸੰਖਿਆ ਰੇਖਾ ਦੇ ਉੱਪਰ ਰਿਪਰੈਜ਼ੈਂਟ ਕਰਦੇ ਹਾਂ, ਮਤਲਬ ਨੰਬਰ ਲਾਈਨ ਦੇ ਉੱਪਰ ਰਿਪਰੈਜ਼ੈਂਟ ਕਰਦੇ ਹਾਂ, ਤੇ ਜ਼ੀਰੋ ਜਿਹੜਾ ਹੈ ਉਹ ਇਨੀਸ਼ੀਅਲ ਵੈਲਿਊ ਹੈਗੀ ਆ। ਇਹਦੇ ਰਾਈਟ ਸਾਈਡ ਤੇ ਅਸੀਂ ਪੋਜ਼ਿਟਿਵ ਨੰਬਰਸ ਜਿਹੜੇ ਆ ਉਹ ਲਿਖਦੇ ਹੈਗੇ ਆ। ਠੀਕ ਹੈ, ਕਿਹੜੇ ਨੰਬਰ? ਪੋਜ਼ਿਟਿਵ ਨੰਬਰਸ। ਔਰ ਇਹਦੀ ਲੈਫਟ ਹੈਂਡ ਸਾਈਡ ਦੇ ਉੱਪਰ ਅਸੀਂ ਕੀ ਲਿਖਦੇ ਹਾਂ? ਨੈਗੇਟਿਵ ਨੰਬਰਸ ਨੂੰ ਰਿਪਰੈਜ਼ੈਂਟ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਰਾਈਟ ਸਾਈਡ ਵੱਲ ਵੱਧਦੇ ਹਾਂ ਉਸੇ ਤਰ੍ਹਾਂ ਪੋਜ਼ਿਟਿਵ ਨੰਬਰਸ ਵੀ ਵੱਧਦੇ ਨੇ। ਠੀਕ ਹੈ, ਤੇ ਜੇਕਰ ਅਸੀਂ ਲੈਫਟ ਹੈਂਡ ਸਾਈਡ ਵੱਲ ਵੱਧਦੇ ਹਾਂ ਤੇ ਵਿੱਚੋਂ ਨੈਗੇਟਿਵ ਇੰਟੀਜਰ ਜਿਹੜੇ ਵੱਧਦੇ ਨੇ, ਬਟ ਉਹਨਾਂ ਦੀ ਵੈਲਿਊ ਜਿਹੜੀ ਆ ਉਹ ਘਟਦੀ ਹੈਗੀ ਆ। ਠੀਕ ਹੈ, ਤੇ ਪਿਆਰੇ ਵਿਦਿਆਰਥੀਓ ਜਿਹੜਾ ਜ਼ੀਰੋ ਹੈਗਾ ਉਹ ਨਾ ਤਾਂ ਪੋਜ਼ਿਟਿਵ ਇੰਟੀਜਰ ਹੈ ਨਾ ਹੀ ਉਹ ਨੈਗੇਟਿਵ ਇੰਟੀਜਰ ਹੈ। ਠੀਕ ਹੈ, ਇਹ ਯਾਦ ਰੱਖਣਾ, ਬਟ ਇਹ ਇੱਕ ਸੰਪੂਰਨ ਸੰਖਿਆ ਹੈਗੀ ਆ। ਠੀਕ ਹੈ, ਸੰਪੂਰਨ ਸੰਖਿਆ ਜ਼ਰੂਰ ਹੈ, ਬਟ ਇਹਨੂੰ ਅਸੀਂ ਨਾ ਤਾਂ ਪੋਜ਼ਿਟਿਵ ਮੰਨਦੇ ਆ ਤੇ ਨਾ ਹੀ ਇਹਨੂੰ ਨੈਗੇਟਿਵ ਮੰਨਦੇ ਆ। ਇਸੇ ਕਰਕੇ ਮੈਂ ਵਰਡ ਮੰਨਿਆ ਇੱਥੇ ਕਿ ਇਹਨੂੰ ਇਨੀਸ਼ੀਅਲ ਅਸੀਂ ਮੰਨ ਲੈਂਦੇ। ਇਹਦੇ ਰਾਈਟ ਸਾਈਡ ਦੇ ਉੱਪਰ ਅਸੀਂ ਕੀ ਆ? ਜ਼ੀਰੋ, ਰਾਈਟ ਸਾਈਡ ਤੇ ਪੋਜ਼ਿਟਿਵ ਇੰਟੀਜਰ ਲਿਖਾਂਗੇ ਤੇ ਲੈਫਟ ਸਾਈਡ ਦੇ ਉੱਪਰ ਅਸੀਂ ਕੀ ਆ? ਨੈਗੇਟਿਵ ਇੰਟੀਜਰਸ ਨੂੰ ਲਿਖਾਂਗੇ। ਠੀਕ ਹੈ, ਤੇ ਬੱਚੋ ਇਸ ਵੀਡੀਓ ਦੇ ਵਿੱਚ ਅਸੀਂ ਕੀ ਕਰਨਾ ਹੈ? ਅਸੀਂ ਇਹਦੇ ਵਿੱਚ ਕੁਝ ਇੰਪੋਰਟੈਂਟ MCQs ਨੇ ਉਹ ਡਿਸਕਸ ਕਰਾਂਗੇ। ਉਸ ਤੋਂ ਦੇ ਵਿੱਚ ਅਸੀਂ ਇੱਕ ਫਿਲਿੰਗ ਦੀ ਬਲੈਂਕਸ ਜਿਹੜੇ ਨੇ ਕੁਐਸਚਨਸ ਤੁਹਾਨੂੰ ਪੇਪਰ ਦੇ ਵਿੱਚ ਆ ਜਾਂਦੇ ਨੇ ਉਹਨਾਂ ਬਾਰੇ ਵੀ ਡਿਸਕਸ ਕਰਨਾ ਹੈ, ਤੇ ਕੁਝ ਟਰੂ ਫਾਲਸ ਹੋਣਗੇ। ਠੀਕ ਹੈ, ਇਸ ਚੈਪਟਰ ਨਾਲ ਰਿਲੇਟਿਡ ਉਹ ਵੀ ਸਮ ਅਸੀਂ ਇਸ ਵੀਡੀਓ ਦੇ ਵਿੱਚ ਕਰਨੇ ਆ। ਠੀਕ ਹੈ, ਸੋ ਬੱਚੋ ਆਰ ਯੂ ਰੈਡੀ? ਤੇ ਆਓ ਬੱਚੋ ਅਸੀਂ ਇਹਨਾਂ ਬਾਰੇ ਡਿਸਕਸ ਕਰਦੇ ਹਾਂ। ਓਕੇ ਬੱਚੋ, ਤੇ ਪਿਆਰੇ ਵਿਦਿਆਰਥੀਓ ਆਓ ਅਸੀਂ ਹੁਣ ਫਿਲਿੰਗ ਦੀ ਬਲੈਂਕਸ ਜਿਹੜੀਆਂ ਨੇ ਉਹ ਕਰਦੇ ਹਾਂ। ਪਹਿਲੀ ਫਿਲਿੰਗ ਦੀ ਬਲੈਂਕਸ ਜਿਹੜੀ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੀ ਹੈ ਉਹ ਹੈਗੀ ਹੈ ਜ਼ੀਰੋ ਹਰੇਕ ਡੈਸ਼ ਸੰਪੂਰਨ ਸੰਖਿਆ ਨਾਲੋਂ ਵੱਡਾ ਹੁੰਦਾ ਹੈ। ਤੇ ਪਿਆਰੇ ਵਿਦਿਆਰਥੀਓ ਇਹਨੂੰ ਇੰਗਲਿਸ਼ ਦੇ ਵਿੱਚ ਕਿੱਦਾਂ ਲਿਖੋਗੇ? ਜ਼ੀਰੋ ਇਜ਼ ਗ੍ਰੇਟਰ ਦੈਨ ਐਵਰੀ ਡੈਸ਼ ਇੰਟੀਜਰ। ਠੀਕ ਹੈ, ਤੇ ਬੱਚੋ ਅਸੀਂ ਹੁਣੇ ਸੰਖਿਆ ਰੇਖਾ ਬਾਰੇ ਜਾਣ ਕੇ ਆਏ ਹਾਂ ਕਿ ਸੰਖਿਆ ਰੇਖਾ ਦੇ ਜਿਹੜੀ ਲੈਫਟ ਹੈਂਡ ਸਾਈਡ ਵੈਲਿਊਜ਼ ਹੁੰਦੀਆਂ ਨੇ ਉਹ ਹੁੰਦੀਆਂ ਨੇ ਛੋਟੀਆਂ ਵੈਲਿਊਜ਼। ਠੀਕ ਹੈ, ਉਹ ਕੀ ਹੁੰਦੀਆਂ ਨੇ? ਛੋਟੀਆਂ। ਤੇ ਜਿਹੜੀਆਂ ਰਾਈਟ ਹੈਂਡ ਸਾਈਡ ਤੇ ਹੁੰਦੀਆਂ ਨੇ ਇਹ ਹੁੰਦੀਆਂ ਨੇ ਵੱਡੀਆਂ ਵੈਲਿਊਜ਼। ਠੀਕ ਹੈ, ਕੀ ਹੁੰਦੀਆਂ ਨੇ? ਵੱਡੀਆਂ ਵੈਲਿਊਜ਼ ਹੁੰਦੀਆਂ ਨੇ। ਤੋ ਬੱਚੋ ਸਾਡਾ ਸਮ ਜਿਹੜਾ ਹੈਗਾ ਉਹ ਹੈਗਾ ਜ਼ੀਰੋ ਹਰੇਕ ਡੈਸ਼ ਸੰਪੂਰਨ ਸੰਖਿਆਵਾਂ ਨਾਲੋਂ ਵੱਡਾ ਹੁੰਦਾ ਹੈ। ਤੇ ਬੱਚੋ ਇੱਥੇ ਆਨਸਰ ਕੀ ਆਏਗਾ? ਰਿਣਾਤਮਕ। ਠੀਕ ਹੈ, ਰਿਣਾਤਮਕ ਸੰਖਿਆਵਾਂ ਜਿਹੜੀਆਂ ਨੇ ਮਤਲਬ ਨੈਗੇਟਿਵ ਇੰਟੀਜਰਸ ਜਿਹੜੇ ਨੇ ਉਹ ਕੀ ਹੁੰਦੇ ਨੇ? ਉਹ ਛੋਟੇ ਹੁੰਦੇ ਨੇ, ਤੇ ਜ਼ੀਰੋ ਫਿਰ ਉੱਥੇ ਕੀ ਹੋ ਗਿਆ? ਵੱਡਾ ਹੋ ਗਿਆ। ਠੀਕ ਹੈ, ਕਿਉਂਕਿ ਜ਼ੀਰੋ ਰਿਣਾਤਮਕ ਸੰਖਿਆਵਾਂ ਦੇ ਕੀ ਹੋ ਗਿਆ? ਲੈਫਟ ਹੈਂਡ ਸਾਈਡ, ਰਾਈਟ ਹੈਂਡ ਸਾਈਡ ਤੇ ਹੋ ਗਿਆ। ਮਤਲਬ ਨੈਗੇਟਿਵ ਇੰਟੀਜਰ ਲੈਫਟ ਸਾਈਡ ਤੇ ਆ ਤੇ ਜ਼ੀਰੋ ਕਿੱਧਰ ਹੋ ਗਿਆ? ਫਿਰ ਰਾਈਟ ਹੈਂਡ ਸਾਈਡ, ਅਗਰ ਇਹਨਾਂ ਦੋਨਾਂ ਦਾ ਅਸੀਂ ਕੰਪੈਰੀਜ਼ਨ ਕਰਦੇ ਹਾਂ। ਓਕੇ ਬੱਚੋ, ਸੋ ਇਟ ਮੀਨਸ ਜ਼ੀਰੋ ਇਜ਼ ਗ੍ਰੇਟਰ ਦੈਨ ਐਵਰੀ ਇੱਥੇ ਕੀ ਲਿਖੋਗੇ ਤੁਸੀਂ? ਨੈਗੇਟਿਵ ਇੰਟੀਜਰ। ਓਕੇ, ਐਂਡ ਸੈਕਿੰਡ ਜਿਹੜੀ ਫਿਲਅਪ ਹੈਗੀ ਆ ਉਹ ਕੀ ਹੈ ਬੱਚੇ? ਹਰੇਕ ਰਿਣਾਤਮਕ ਸੰਖਿਆ ਦਾ ਨਿਰਪੱਖ ਮੁੱਲ ਹਮੇਸ਼ਾ ਡੈਸ਼ ਹੁੰਦਾ ਹੈ। ਬੱਚੋ ਨਿਰਪੱਖ ਮੁੱਲ ਨੂੰ ਇੰਗਲਿਸ਼ ਵਿੱਚ ਆਖਦੇ ਨੇ ਮੋਡੂਲਸ। ਠੀਕ ਹੈ, ਤੇ ਨੈਗੇਟਿਵ ਇੰਟੀਜਰ ਦਾ ਬੱਚੋ ਮੋਡੂਲਸ, ਮੋਡ ਨੂੰ ਅਸੀਂ ਲਿਖਦੇ ਕਿੱਦਾਂ ਹੈ? ਜਿੱਦਾਂ ਮੰਨ ਲਓ ਮੈਂ ਇੱਥੇ 2 ਲਿਖ ਦਿੱਤਾ ਤੇ 2 ਦਾ ਮੋਡ ਜਿਹੜਾ ਆ ਉਹ ਇਸ ਤਰ੍ਹਾਂ ਪਾਉਂਦੇ ਆ। ਠੀਕ ਹੈ, ਤੇ ਬੱਚੋ ਮੋਡ ਦਾ ਮਤਲਬ ਹੁੰਦਾ ਹੈ ਹਮੇਸ਼ਾ ਉਹਦੀ ਪੋਜ਼ਿਟਿਵ ਵੈਲਿਊ ਨੂੰ ਅਸੀਂ ਕੰਸੀਡਰ ਕਰਦੇ ਹਾਂ। ਉਹਦੇ ਨਾਲ ਅਸੀਂ ਸਾਈਨ ਜਿਹੜਾ ਆ ਨੈਗੇਟਿਵ ਸਾਈਨ ਅਗਰ ਹੁੰਦਾ ਹੈ ਤਾਂ ਉਹਨੂੰ ਅਸੀਂ ਰਿਮੂਵ ਕਰ ਦਿੰਦੇ ਹਾਂ। ਠੀਕ ਹੈ, ਤਾਂ ਬੱਚੋ ਨੈਗੇਟਿਵ ਇੰਟੀਜਰ ਦਾ ਮੋਡੂਲਸ ਜਿਹੜਾ ਆ ਹਮੇਸ਼ਾ ਕੀ ਹੋਏਗਾ? ਫਿਰ ਪੋਜ਼ਿਟਿਵ ਹੋਏਗਾ। ਠੀਕ ਹੈ, ਕੀ ਹੋਏਗਾ? ਪੋਜ਼ਿਟਿਵ ਹੋਏਗਾ। ਓਕੇ ਬੱਚੋ, ਤੇ ਇੱਥੇ ਤੁਸੀਂ ਕੀ ਲਿਖੋਗੇ? ਹਮੇਸ਼ਾ ਕੀ ਹੁੰਦਾ ਹੈ? ਧਨਾਤਮਕ ਹੁੰਦਾ ਹੈ, ਕਿ ਇੱਕ ਰਿਣਾਤਮਕ ਸੰਖਿਆ ਦਾ ਨਿਰਪੱਖ ਮੁੱਲ ਹਮੇਸ਼ਾ ਧਨਾਤਮਕ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਥਰਡ ਇਹਦੇ ਵਿੱਚ ਫਿਲਅਪ ਹੈਗੀ ਆ ਉਹ ਹੈ ਸਭ ਤੋਂ ਛੋਟੀ ਧਨਾਤਮਕ ਸੰਪੂਰਨ ਸੰਖਿਆ ਡੈਸ਼ ਹੈ। ਬੱਚੋ ਸਭ ਤੋਂ ਛੋਟੀ ਮਤਲਬ ਸਮੋਲੈਸਟ ਪੋਜ਼ਿਟਿਵ ਇੰਟੀਜਰ ਇਜ਼, ਤੇ ਪਿਆਰੇ ਵਿਦਿਆਰਥੀਓ ਜ਼ੀਰੋ ਨਾ ਤਾਂ ਧਨਾਤਮਕ ਹੈ ਤੇ ਨਾ ਰਿਣਾਤਮਕ ਹੈ। ਇਸ ਤੋਂ ਅੱਗੇ ਜਿਹੜੀ ਅਗਲੀ ਪਹਿਲੀ ਸੰਖਿਆ ਧਨਾਤਮਕ ਹੁੰਦੀ ਹੈ ਉਹ ਹੁੰਦੀ ਹੈ +1, ਤੇ ਪਹਿਲੀ ਰਿਣਾਤਮਕ ਜਿਹੜੀ ਸੰਖਿਆ ਹੁੰਦੀ ਹੈ ਉਹ -1 ਹੁੰਦੀ ਹੈ। ਠੀਕ ਹੈ, ਤੇ ਬੱਚੋ ਇੱਥੇ ਸਭ ਤੋਂ ਪਹਿਲਾਂ ਪੁੱਛਿਆ ਕੀ ਹੈ? ਸਭ ਤੋਂ ਛੋਟੀ ਧਨਾਤਮਕ
ਜਿਹੜੀ ਸੰਪੂਰਨ ਸੰਖਿਆ ਲਿਖੋ, ਠੀਕ ਹੈ। ਤੇ ਸਭ ਤੋਂ ਪਹਿਲੀ ਤੇ ਸਭ ਤੋਂ ਛੋਟੀ ਧਨਾਤਮਕ ਸੰਖਿਆ 1 ਹੀ ਹੈ, ਉਸ ਤੋਂ ਬਾਅਦ ਵਿੱਚੋਂ ਇਸ ਤਰ੍ਹਾਂ ਇਹ ਵੱਧਦੀਆਂ ਨੇ, ਠੀਕ ਹੈ। तो आंसर ਇਹਦਾ ਕੀ ਆਏਗਾ, ਸਭ ਤੋਂ ਛੋਟੀ ਧਨਾਤਮਕ ਸੰਖਿਆ ਕੀ ਹੈ, 1 ਹੈ, ਠੀਕ ਹੈ। तो ਇੱਥੇ ਕੀ ਲਿਖੋਗੇ ਤੁਸੀਂ, ਸਮੋਲੈਸਟ ਪੋਜ਼ਿਟਿਵ ਇੰਟੀਜਰ ਇਜ਼ 1, ਠੀਕ ਹੈ। ਤੇ ਜੇਕਰ ਅਸੀਂ -1 ਦੀ ਗੱਲ ਕਰੀਏ ਤਾਂ ਹੁਣ ਬੱਚੋ -1 ਜਿਹੜੀ ਹੈ ਸਭ ਤੋਂ ਛੋਟੀ ऋणात्मक ਸੰਖਿਆ ਨਹੀਂ ਹੈ, ਠੀਕ ਹੈ, ਕਿਉਂਕਿ ਇਹ ਕੀ ਹੈ, ਇਹ ਰਾਈਟ ਹੈਂਡ ਸਾਈਡ ਤੇ ਆਏਗੀ ਔਰ ਇਸ ਸਾਈਡ ਤੇ ਨੈਗੇਟਿਵ ਇੰਟੀਜਰ ਜਿਹੜੇ ਨੇ ਲੈਫਟ ਸਾਈਡ ਨੂੰ ਵੱਧ ਰਹੇ ਨੇ, ਠੀਕ ਹੈ। ਤੇ ਇਹਦਾ ਮਤਲਬ ਸਭ ਤੋਂ ਵੱਡੀ ऋणात्मक ਸੰਖਿਆ ਜਿਹੜੀ ਆ ਉਹ -1 ਆਣੀ ਚਾਹੀਦੀ ਹੈ, ਠੀਕ ਹੈ। तो ਅਗਲਾ ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆ ਜਾਂਦਾ ਹੈ ਕਿ ਸਭ ਤੋਂ ਵੱਡੀ ऋणात्मक ਸੰਪੂਰਨ ਸੰਖਿਆ ਕਿਹੜੀ ਹੈ, ਤਾਂ ਪਿਆਰੇ ਵਿਦਿਆਰਥੀਓ ਇਹਦਾ ਆਨਸਰ ਆਏਗਾ -1, ਠੀਕ ਹੈ। ਇਟ ਮੀਨਸ ਦਿਸ ਆਨਸਰ ਇਜ਼ -1। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ, ਹਰੇਕ ऋणात्मक ਸੰਪੂਰਨ ਸੰਖਿਆ ਹਰੇਕ ਡੈਸ਼ ਸੰਪੂਰਨ ਸੰਖਿਆਵਾਂ ਨਾਲੋਂ ਛੋਟੀ ਹੁੰਦੀ ਹੈ। ਹਰੇਕ ऋणात्मक ਸੰਖਿਆ ਹਰੇਕ ਡੈਸ਼ ਸੰਪੂਰਨ ਸੰਖਿਆ ਨਾਲੋਂ ਛੋਟੀ ਹੁੰਦੀ ਹੈ। ਤੇ ਬੱਚੋ ਹਰੇਕ ऋणात्मक ਮਤਲਬ ਨੈਗੇਟਿਵ ਇੰਟੀਜਰਸ ਜਿਹੜੇ ਨੇ ਸਾਰੇ ਨੈਗੇਟਿਵ ਨੰਬਰਸ ਆ ਗਏ ਤੇ ਇਸ ਸਾਈਡ ਨੇ ਪੋਜ਼ਿਟਿਵ ਇੰਟੀਜਰ ਜੋ ਕਿ ਵੱਡੇ ਹੁੰਦੇ ਨੇ। ਤੇ ਇਹਦਾ ਮਤਲਬ ਇਹਦਾ ਆਨਸਰ ਆਏਗਾ ਕੀ ਆਏਗਾ, ਧਨਾਤਮਕ ਸੰਪੂਰਨ ਸੰਖਿਆਵਾਂ ਨਾਲੋਂ, ਠੀਕ ਹੈ। मतलब ਅਸੀਂ ਇੱਥੇ ਕੀ ਲਿਖਾਂਗੇ, ਐਵਰੀ ਪੋਜ਼ਿਟਿਵ ਇੰਟੀਜਰ, ਠੀਕ ਹੈ, ਮੀਨਸ ਐਵਰੀ ਨੈਗੇਟਿਵ ਇੰਟੀਜਰ ਇਜ਼ ਲੈਸ ਦੈਨ ਐਵਰੀ ਪੋਜ਼ਿਟਿਵ ਇੰਟੀਜਰ, ਕਿਉਂਕਿ ਪੋਜ਼ਿਟਿਵ ਇੰਟੀਜਰ ਹੁੰਦੇ ਨੇ ਵੱਡੇ, ਠੀਕ ਹੈ। ਤੋ ਇਹ ਸੀਗੀਆਂ ਖਾਲੀ ਥਾਵਾਂ। ਉਸ ਤੋਂ ਬਾਅਦ ਵਿੱਚੋਂ ਅਗਲਾ ਜਿਹੜੇ ਇਹ ਕੁਝ ਰੂਲ ਨੇ ਇਹਨਾਂ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ, ਠੀਕ ਹੈ। ਤੋ ਇਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਰੂਲ ਹੈਗਾ ਆ ਉਹਨੂੰ ਇੱਥੇ ਨਾਮ ਦਿੱਤਾ ਗਿਆ ਹੈ, ਇਹ ਬੱਚੇ ਕਿਰਿਆਵਾਂ ਹਨ, ਠੀਕ ਹੈ। ਇੱਕ ਟੇਬਲ ਬਣਿਆ ਹੋਇਆ ਔਰ ਇਸ ਸਾਈਡ ਹਨ ਗੁਣ, ਠੀਕ ਹੈ। ਗੁਣ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਸਮਾਪਨ, ਇਹਨੂੰ ਪਹਿਲੀਆਂ ਕਿਤਾਬਾਂ ਦੇ ਵਿੱਚ ਬੱਚੇ ਬੰਦ ਕਹਿੰਦੇ ਹੁੰਦੇ ਸੀਗੇ, ਠੀਕ ਹੈ। ਤੋ ਇਹ ਨਵੀਂ ਬੁੱਕ ਦੇ ਵਿੱਚ ਹੁਣ ਸਮਾਪਨ ਵਰਡ ਆ ਰਿਹਾ ਹੈ ਤੇ ਇੱਥੇ ਲਿਖਿਆ ਇੰਗਲਿਸ਼ ਵਿੱਚ ਇਹਨੂੰ ਕਹਿੰਦੇ ਨੇ ਕਲੋਜ਼ਰ, ਠੀਕ ਹੈ। ਕਲੋਜ਼ਰ ਦਾ ਮਤਲਬ ਬੱਚਿਓ ਕੀ ਹੁੰਦਾ ਹੈ ਕਿ ਸਪੋਜ਼ ਤੁਹਾਡੇ ਕੋਲ ਕੋਈ ਸੰਖਿਆ ਹੈਗੀ ਆ 3, ਠੀਕ ਹੈ, ਤਾਂ 3 ਦੇ ਵਿੱਚ ਅਸੀਂ 2 ਨੂੰ ਐਡ ਕਰ ਦਈਏ ਤਾਂ ਪਿਆਰੇ ਵਿਦਿਆਰਥੀਓ ਤੁਹਾਨੂੰ ਪਤਾ ਹੈ 3 ਵੀ ਇੱਕ ਸੰਪੂਰਨ ਸੰਖਿਆ ਹੈ, 2 ਵੀ ਇੱਕ ਸੰਪੂਰਨ ਸੰਖਿਆ ਹੈ ਤੇ ਜਿਹੜਾ ਆਨਸਰ ਆਇਆ ਉਹ ਵੀ ਸਾਨੂੰ ਇੱਕ ਸੰਪੂਰਨ ਸੰਖਿਆ ਹੀ ਮਿਲਣੀ ਚਾਹੀਦੀ ਹੈ। ਤਾਂ ਕਰਕੇ ਅਸੀਂ ਕਵਾਂਗੇ ਕਿ ਉੱਥੇ ਕੀ ਹੈ, ਬੰਦ ਪ੍ਰੋਪਰਟੀ ਲੱਗ ਰਹੀ ਹੈ, ਮਤਲਬ ਸਮਾਪਨ ਪ੍ਰੋਪਰਟੀ ਲੱਗ ਰਹੀ ਹੈ, ਠੀਕ ਹੈ। ਤੇ ਜੋੜ ਵਿੱਚ ਬੱਚੋ ਇਹ ਹਮੇਸ਼ਾ ਟਰੂ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਅਗਲਾ ਹੈਗਾ ਕਰਮਵਾਰ ਵਟਾਂਦਰਾ ਗੁਣ, ਇਹਨੂੰ ਕਹਿੰਦੇ ਨੇ ਬੱਚੇ ਕਮਿਊਟੇਟਿਵ ਲਾਅ, ਠੀਕ ਹੈ। ਕਮਿਊਟੇਟਿਵ ਲਾਅ ਦਾ ਮਤਲਬ ਹੁੰਦਾ ਹੈ ਸਪੋਜ਼ ਸਾਡੇ ਕੋਲ ਇੱਕ ਸੰਖਿਆ ਹੈਗੀ ਹੈ 3 ਦੇ ਵਿੱਚ ਅਸੀਂ 2 ਐਡ ਕਰ ਦਿੱਤੇ ਤੇ ਸਾਨੂੰ ਆਨਸਰ ਮਿਲਿਆ 5, ਠੀਕ ਹੈ। ਤੇ ਜੇਕਰ ਅਸੀਂ 2 ਦੇ ਵਿੱਚ ਨੂੰ 3 ਨੂੰ ਐਡ ਕਰ ਦਈਏ ਤਾਂ ਬੱਚੋ ਤਾਂ ਵੀ ਸਾਨੂੰ ਆਨਸਰ ਜਿਹੜਾ ਉਹ 5 ਮਿਲੇਗਾ। ਇਟ ਮੀਨਸ a plus b will be equal to b plus a, ਠੀਕ ਹੈ। ਤੇ ਵਿਦਿਆਰਥੀਓ ਜੋੜ ਦੇ ਲਈ ਮਤਲਬ ਐਡੀਸ਼ਨ ਦੇ ਲਈ ਕਮਿਊਟੇਟਿਵ ਲਾਅ ਜਿਹੜਾ ਹੋਲਡ ਕਰਦਾ ਹੈ ਹਮੇਸ਼ਾ, ਤੇ ਇਹ ਕੀ ਹੈ ਇੱਥੇ ਆਨਸਰ ਆਏਗਾ ਹਾਂ, ਠੀਕ ਹੈ। ਅਗਲਾ ਹੈਗਾ ਬੱਚੇ ਸਹਿਚਾਰਤਾ ਗੁਣ। ਸਹਿਚਾਰਤਾ ਦਾ ਮਤਲਬ ਹੁੰਦਾ ਹੈ ਐਸੋਸੀਏਟਿਵ ਲਾਅ, ਠੀਕ ਹੈ। ਤੇ ਬੱਚੋ ਐਸੋਸੀਏਸ਼ਨ ਕਿਸ ਤਰ੍ਹਾਂ ਹੁੰਦੀ ਹੈ, ਦੇਖੋ ਐਸੋਸੀਏਸ਼ਨ ਦਾ ਮਤਲਬ ਹੁੰਦਾ ਮੰਨ ਲਓ ਤੁਹਾਡੇ ਕੋਲ ਕੋਈ 3 ਨੰਬਰ ਹਨ, ਇੱਕ ਹੈਗਾ a, ਦੂਸਰਾ ਹੈਗਾ b, ਤੀਸਰਾ ਹੈਗਾ c, ਠੀਕ ਹੈ। ਤੁਸੀਂ ਕੀ ਕੀਤਾ, ਤੁਸੀਂ a ਨੂੰ ਅਲੱਗ ਲਿਖ ਦਿੱਤਾ, b ਨੂੰ c ਦੇ ਵਿੱਚ ਜੋੜ ਕੇ ਫਿਰ a ਦੇ ਵਿੱਚ ਜੋੜਿਆ। ਇਟ ਮੀਨਸ ਜੋ ਆਨਸਰ ਆਏਗਾ ਅਗਰ ਤੁਸੀਂ a ਨੂੰ ਪਹਿਲਾਂ b ਦੇ ਵਿੱਚ ਜੋੜਦੇ ਹੋ ਫਿਰ ਤੁਸੀਂ c ਦੇ ਵਿੱਚ ਉਹ ਨੰਬਰ ਨੂੰ ਜੋੜ ਰਹੇ ਹੋ ਜੋ ਤੁਹਾਨੂੰ ਪ੍ਰਾਪਤ ਹੋਇਆ, ਤੇ ਵਿਦਿਆਰਥੀਓ ਫਿਰ ਇਸ ਪ੍ਰੋਪਰਟੀ ਨੂੰ ਅਗਰ ਦੋਨੋਂ ਆਨਸਰ ਬਰਾਬਰ ਆਉਂਦੇ ਨੇ ਇਸ ਪ੍ਰੋਪਰਟੀ ਨੂੰ ਆਖਦੇ ਹਨ ਸਹਿਚਾਰਤਾ ਗੁਣ, ਠੀਕ ਹੈ। ਮੰਨ ਲਓ ਤੁਹਾਡੇ ਕੋਲ ਕੋਈ ਸੰਖਿਆ ਹੈਗੀ ਹੈ 3 ਦੇ ਵਿੱਚ ਤੁਸੀਂ ਐਡ ਕਰ ਰਹੇ ਹੋ 2 ਦੇ ਵਿੱਚ ਫਿਰ ਇਹ ਕੀ ਹੈ 4, ਠੀਕ ਹੈ। ਹੁਣ ਮੰਨ ਲਓ ਤੁਸੀਂ ਇਹਨੂੰ ਕਿੱਦਾਂ ਜੋੜਿਆ, ਪਹਿਲਾਂ 2 ਨੂੰ 4 ਵਿੱਚ ਜੋੜ ਦਿੱਤਾ, ਤੁਹਾਨੂੰ ਪਤਾ 6 ਪ੍ਰਾਪਤ ਹੁੰਦਾ ਹੈ, ਠੀਕ ਹੈ। ਫਿਰ ਉਹਦੇ ਵਿੱਚ 3 ਜੋੜੇ ਤਾਂ 9 ਮਿਲਿਆ, ਠੀਕ ਹੈ, ਪਹਿਲਾ ਸਟੈਪ ਹੋ ਗਿਆ। ਦੂਸਰੇ ਦੇ ਵਿੱਚ ਅਸੀਂ ਕੀ ਕੀਤਾ, ਸੈਕਿੰਡ ਸਟੈਪ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ, ਇੱਕ ਸੈਕਿੰਡ ਬੱਚੇ, ਸੈਕਿੰਡ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ, ਸੈਕਿੰਡ ਦੇ ਵਿੱਚ ਅਸੀਂ 3 ਦੇ ਵਿੱਚ 2 ਜੋੜ ਦਿੱਤੇ, ਉਸ ਤੋਂ ਬਾਅਦ ਜਮਾ 4, ਠੀਕ ਹੈ। ਤਾਂ 3 ਜਮਾ 2 ਕਿੰਨੇ ਹੋ ਗਏ 5, 5 ਜਮਾ 4 ਫਿਰ ਕਿੰਨਾ ਆਨਸਰ ਆ ਰਿਹਾ 9। ਤਾਂ ਦੋਨਾਂ ਦੇ ਵਿੱਚ ਆਨਸਰ ਸੇਮ ਆ ਰਿਹਾ। ਇਟ ਮੀਨਸ ਜੋੜ ਦੇ ਲਈ ਇਹ ਸਹਿਚਾਰਤਾ ਗੁਣ ਜਿਹੜਾ ਆ ਹੋਲਡ ਕਰਦਾ ਹੈ, ਠੀਕ ਹੈ। ਅਗਲਾ ਹੁੰਦਾ ਹੈ ਬੱਚੇ ਤਤਸਮਕ ਮਤਲਬ ਆਇਡੈਂਟੀਟੀ, ਠੀਕ ਹੈ। ਤੇ ਬੱਚੇ ਜੋੜ ਦੇ ਲਈ ਜਿਹੜੀ ਆਇਡੈਂਟੀਟੀ ਹੁੰਦੀ ਹੈ ਉਹ ਕਿਸ ਤਰ੍ਹਾਂ ਹੁੰਦੀ, ਦੇਖੋ ਅਗਰ ਤੁਸੀਂ a ਦੇ ਵਿੱਚ 0 ਨੂੰ ਐਡ ਕਰ ਦਿਓ, ਠੀਕ ਹੈ, ਮੰਨ ਲਓ a ਦੇ ਵਿੱਚ ਅਸੀਂ ਕਿੰਨਾ ਜੋੜ ਦਈਏ 0 ਐਡ ਕਰ ਦਈਏ ਤਾਂ ਪਿਆਰੇ ਵਿਦਿਆਰਥੀਓ ਇਹਦਾ ਆਨਸਰ ਜਿਹੜਾ ਹੈ ਉਹ ਸਾਨੂੰ a ਮਿਲਦਾ ਹੈ। ਅਗਰ ਤੁਸੀਂ 0 ਦੇ ਵਿੱਚ a ਐਡ ਕਰਦੇ ਹੋ ਤਾਂ ਵੀ ਸਾਨੂੰ ਆਨਸਰ a ਹੀ ਮਿਲੇਗਾ। ਤਾਂ ਇਸ ਕਰਕੇ ਇਹ ਜੋੜ ਦੇ ਲਈ ਵੀ ਆਇਡੈਂਟੀਟੀ ਜਿਹੜੀ ਆ
ठीक है, होल्ड करती है। ओके, इसी तरह बच्चे घटाओ के लिए होंगे, घटाओ दे विच कोई भी आइडेंटिटी होल्ड नहीं करती, असी वन बाय वन भी डिस्कस करांगे। ठीक है, इसी तरह बच्चे गुणा के लिए, इसी तरह भाग के लिए। ठीक है, टेबल सारे बच्चों को आना चाहिए, इंपॉर्टेंट है। इस तो तुसी कोई भी सम इदा करके देख सकते हो, कोई भी नंबर लैके देख लेना। ठीक है, गुणा लिए बच्चे सारे होल्ड करते हैं, याद रखना है, चाहे क्लोजर प्रॉपर्टी है, चाहे कम्यूटेटिव प्रॉपर्टी है, चाहे एसोसीएटिव प्रॉपर्टी है, चाहे आइडेंटिटी प्रॉपर्टी है। ठीक है, तो विद्यार्थियों जोड़ के लिए जोड़ा है होल्ड नहीं करता। ठीक है, बाकी ये बारे असी पहला भी डिस्कस कर चुके हैं, ये सिर्फ एक मैं टेबल जोड़ा है, क्योंकि असी MCQ करने ने वो कोई सम आ सकते हैं, इस करके तुहानू मैं दोबारा याद करवाया है। ठीक है, तो बच्चों हुण साडे MCQ जिहड़े ने वो स्टार्ट होने जा रहे हैं। ठीक है, ये सब तो पहला जिहड़ा पहला सम हैगा वो की है कि -5 ਦੇ ਵਿੱਚ ਅਸੀਂ 5 ਨੂੰ ऐड करना है, प्लस ਦੇ 5 ਨੂੰ ऐड करना है। ठीक है, तो बच्चों सब तो पहला तो ਅਸੀਂ जिथे दो साइन इकट्ठे आ जाते हैं उत्थे ਅਸੀਂ एक साइन लिखना होंदा है। तो प्यारे विद्यार्थियों इनू सॉल्व करने ਲਈ ਤੁਸੀਂ एक आ स्माइली फेस जरूर याद रखना है सारे बच्चों ने। ठीक है, एक ये वाला फेस याद रख लो, एक प्यारे विद्यार्थियों ये वाला फेस याद रख लो। ठीक है, एक विच की है दो माइनस लगाए ने तो एक जमा का निशान है, दूसरे विच दोनों प्लस दे ने एक जमा का निशान है, तीनों जमा देने मतलब। ठीक है, सो प्यारे विद्यार्थियों देखो दो प्लस के निशान ने तुसी की करना है, जिथे दो प्लस के निशान आ गए उन्होंने तुसी कवर कर देना है। ठीक है, जो तुसी इनू कवर करया बचा किहड़ा साइन प्लस का, इट मीनस इत्थे माइनस के 5 जमा दे 5। कोई बच्चा इसका आंसर दस सकता है कि कितना आंसर आएगा? तो मैनू बड़ी खुशी होएगी तुसी अगर कमेंट बॉक्स के या लाइव चैट के तुसी इसका आंसर लिखोगे। ठीक है, तो प्यारे विद्यार्थियों ਹੁਣ देखो ये ਹੁਣ दो साइन फिर आ गए हैं। ठीक है, एक प्लस का एक माइनस का है, जो तुम प्लस माइनस का साइन हटाया इनू कवर किया पेंसिल के नाल तो साइन बचा माइनस का, यदा मतलब 5 के विचों 5 जोड़े माइनस के होने ने तो आंसर आएगा बच्चों 5 5 कड्डे 0, तो यदा आंसर जोड़ा है वो 0 आ रहा है इत्थे। ठीक है, इस तरह बच्चे असी सॉल्व करने ने। हुण साडे कोल ये भी इदा ही है, तो इत्थे आ गए माइनस के 10, हुण एक प्लस का एक माइनस का, दो साइन आ गए, एक माइनस का एक प्लस का, बच्चा किहड़ा माइनस का, यदा मतलब एक ही हो गया 12 माइनस के। ठीक है, तो प्यारे विद्यार्थियों दो माइनस के निशान ने, हुण इहदा आंसर की आएगा कोई दस सकता है बच्चा? जे माइनस माइनस इत्थे असी प्लस लिख देने बच्चों, देखो माइनस माइनस कवर कर देते प्लस होनी है। ठीक है, प्लस का साइन आ गया, यदा मतलब 12 ਦੇ ਵਿੱਚ असी 10 ਨੂੰ ऐड करना है तो आंसर मिलेगा सानू 22। तो प्यारे विद्यार्थियों इत्थे दो साइन माइनस के ने, हुण साइन इत्थे किहड़ा आना है जिहड़ी वड्डी वैल्यू है, पर बच्चों इत्थे वड्डी वैल्यू जिहड़ी है 12 है। ठीक है, तो 12 के नाल माइनस के लगे ने, मतलब 22 माइनस के आएंगे तो यदा आंसर जिहड़ा है वो सी होगा। ठीक है, इदा बच्चों असी करने ने। इस तो बाद अगला सम है वो की है माइनस दे 1, फिर इत्थे की है माइनस माइनस आ गए, हुण देखो माइनस माइनस प्लस का निशान आएगा। ओके, तो एक दे विचों अगर तुसी एक नू माइनस कर दो फिर इत्थों बच्चों 0 आंसर आ रहा। हुण 0 इत्थे कोई भी आंसर है नहीं, इस करके इहदा आंसर आएगा नन ऑफ दीज। ठीक है, की आंसर आएगा नन ऑफ दीज आंसर आएगा। कई बच्चे जिहड़े ने वो कन्फ्यूज हो जाते हैं कि आंसर तो है ही नहीं। ठीक है, तो फिर असी शायद कोई आंसर वैल्यू वाला होएगा बट वो गलत हो जाएगा। ठीक है, तो यदा बच्चों आंसर की आएगा 0। नाल नाल बच्चे तुसी भी आंसर जिहड़े कमेंट बॉक्स में लिखते जाओ कि तुहानू पता लग रहा है। ठीक है बच्चों, उस तो बाद नैक्सट जिहड़ा सम हैगा सम नंबर 4, ये हैगा हेठ लिखिया विचों किहड़ा कथन गलत है। बच्चों दो संपूर्ण संख्यावां दा जोड़फल भी एक संपूर्ण संख्या हुंदी है, जिसनों असी आखदे हां क्लोजर प्रॉपर्टी। हुणे असी करके आए सीगे। ठीक है, मतलब बंद प्रॉपर्टी। ठीक है, तो बच्चों ਇਹਦਾ ठीक हैगा आंसर। उस तो बाद सारियां संपूर्ण संख्यावां लई ए जमा बी बराबर बी जमा ए हुंदा है। तो बच्चों ये की है जोड़ दे लई की है क्रमवार वटांदरा गुण के अंतर्गत ये की है बंद हुंदा है। ठीक है, तो असी ये प्रॉपर्टी हुणी पढ़ी सी। ठीक है, क्रमवार वटांदरा गुण की हुंदा है ए प्लस बी इक्वल टू बी प्लस ए, जिथे आंसर जिहड़ा आ दोनों के केस दे विच 5 आया सी। ओके, तो प्यारे विद्यार्थियों ये भी ठीक हैगा, इहदा मतलब ये भी आंसर साडा नहीं आना, क्योंकि असी गलत आंसर लभना इहदे विचों, गलत स्टेटमेंट लभनी है। तो अगला हैगा दो संपूर्ण संख्यावां दा अंतर भी एक संपूर्ण संख्या हुंदी है। तो बच्चों जे तुसी हुण मान लो 3 ਦੇ ਵਿੱਚੋਂ 2 ਨੂੰ ਮਾਈਨਸ ਕਰਦੇ ਆ ਤੇ ਆਨਸਰ 1 ਆਂਦਾ ਹੈ, ਇਹਦੇ ਵਿੱਚ 2 ਦੇ ਵਿੱਚੋਂ 3 ਨੂੰ ਮਾਈਨਸ ਕਰਦੇ ਹੋ ਤਾਂ ਵੀ ਆਨਸਰ 1 ਆਏਗਾ, ਪਰ ਉਹ ਮਾਈਨਸ ਦਾ ਆਏਗਾ, ਪਰ ਇਹ ਵੀ ਇੱਕ ਸੰਪੂਰਨ ਸੰਖਿਆ ਹੈਗੀ ਆ। ਠੀਕ ਹੈ, ਇਹ ਅੰਤਰਗਤ ਬੰਦ ਨਹੀਂ ਹੈ, ਬਟ ਇਹਦਾ ਆਨਸਰ ਜਿਹੜਾ ਆ ਉਹ ਕੀ ਹੈ
ਸੰਪੂਰਨ ਸੰਖਿਆ ਦੇ ਰੂਪ ਦੇ ਵਿੱਚ ਹੀ ਆ ਰਿਹਾ, ਇਹਦਾ ਮਤਲਬ ਇਹ ਵੀ ਆਨਸਰ ਠੀਕ ਹੈਗਾ। ਠੀਕ ਹੈ, ਤਾਂ ਪਿਆਰੇ ਵਿਦਿਆਰਥੀਓ ਅਗਲਾ ਹੈਗਾ ਸੰਪੂਰਨ ਸੰਖਿਆਵਾਂ ਦੀ ਘਟਾਓ ਲਈ ਕਰਮਵਾਰ ਵਟਾਂਦਰਾ ਗੁਣ ਸੱਚ ਹੈ। ਬੱਚੋ ਹੁਣ ਅਸੀਂ ਆਨਸਰ ਇੱਥੇ ਦੇਖੋ ਆਹੀ ਕਰਕੇ ਦੇਖਦੇ ਹਾਂ। ਕਰਮਵਾਰ ਵਟਾਂਦਰਾ ਗੁਣ ਮਤਲਬ ਤੁਹਾਡੇ ਕੋਲ ਦੋ ਸੰਖਿਆਵਾਂ ਨੇ A ਤੇ B, ਠੀਕ ਹੈ, ਜਿੱਦਾਂ ਇਹਦੇ ਵਿੱਚ ਸੀ ਇੱਕ 3 ਸੀਗੀ ਤੇ ਦੂਸਰੀ ਸੀਗੀ 2, ਠੀਕ ਹੈ, ਤੇ ਅਸੀਂ 3 ਦੇ ਵਿੱਚੋਂ 2 ਨੂੰ ਮਾਈਨਸ ਕੀਤਾ, ਇੱਕ ਆਨਸਰ ਆਇਆ। ਫਿਰ ਅਸੀਂ 2 ਦੇ ਵਿੱਚੋਂ 3 ਨੂੰ ਮਾਈਨਸ ਕੀਤਾ ਤਾਂ ਬੱਚੋ ਇੱਥੇ -1 ਆਨਸਰ ਆ ਰਿਹਾ। ਠੀਕ ਹੈ, ਤੇ ਬੱਚੋ ਹੁਣ ਤੁਸੀਂ ਸਮਝ ਗਏ ਹੋਵੋਗੇ ਤੇ ਇਹਦਾ ਆਨਸਰ ਕੀ ਆਏਗਾ, ਫਟਾਫਟ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਕਿ ਕੀ ਆਨਸਰ ਆਉਣਾ ਚਾਹੀਦਾ ਹੈ। ਤਾਂ ਪਿਆਰੇ ਵਿਦਿਆਰਥੀਓ ਇਹਦਾ ਆਨਸਰ ਜਿਹੜਾ ਉਹ ਕੀ ਆਏਗਾ, ਡੀ ਮੀਨਸ ਦੀ ਸਬਟਰੈਕਸ਼ਨ ਆਫ ਇੰਟੀਜਰਸ ਇਜ਼ ਕਮਿਊਟੇਟਿਵ, ਦਿਸ ਇਜ਼ ਰੋਂਗ ਸਟੇਟਮੈਂਟ। ਠੀਕ ਹੈ, ਤੇ ਥਰਡ ਸੀਗਾ ਡਿਫਰੈਂਸਿਸ ਆਫ ਦੀ ਟੂ ਇੰਟੀਜਰਸ ਇਜ਼ ਆਲਸੋ ਐਨ ਇੰਟੀਜਰ, ਇਹ ਤਾਂ ਇੰਟੀਜਰ ਹੁੰਦਾ ਹੈ। ਠੀਕ ਹੈ, ਇਹ ਵੀ ਕਮਿਊਟੇਟਿਵ ਲਾਅ ਜਿਹੜਾ ਆ ਕਮਿਊਟੇਟਿਵ ਲਾਅ ਜਿਹੜਾ ਆ ਉਹ ਕੀ ਹੈ, ਇੱਕ ਸੈਕਿੰਡ, ਕਮਿਊਟੇਟਿਵ ਲਾਅ ਜਿਹੜਾ ਆ ਬੱਚੋ ਉਹ ਕੀ ਹੈ, ਹੋਲਡ ਕਰਦਾ ਹੈ। ਠੀਕ ਹੈ, ਤਾਂ ਇਹ ਵੀ ਸਟੇਟਮੈਂਟ ਠੀਕ ਹੈ, ਇਹ ਵੀ ਠੀਕ ਹੈ, ਸਿਰਫ ਗਲਤ ਇਹ ਵਾਲੀ ਹੈ ਤੇ ਇਹੀ ਆਨਸਰ ਸਾਡਾ ਆਏਗਾ। ਠੀਕ ਹੈ, ਉਸ ਤੋਂ ਬਾਅਦ ਬੱਚੋ ਨੈਕਸਟ ਹੈਗਾ ਫਿਫਥ, ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ। ਤੇ ਬੱਚੋ ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਆ ਕਿ -7, ਫਿਰ ਹੈਗੇ ਆ -3। ਠੀਕ ਹੈ, ਤਾਂ ਬੱਚੋ ਇਹਦਾ ਆਨਸਰ ਜਿਹੜਾ ਆ ਉਹ ਕਿੰਨਾ ਆ ਰਿਹਾ, ਦੇਖੋ -10 ਆਣੇ ਨੇ। ਠੀਕ ਹੈ, ਤੇ ਦੂਸਰੀ ਜਿਹੜੀ ਇਹਦੇ ਵਿੱਚ ਰਾਈਟ ਹੈਂਡ ਸਾਈਡ ਤੇ ਆ ਉਹ ਕੀ ਆ, ਮਾਈਨਸ ਹੁਣ ਤੁਹਾਨੂੰ ਪਤਾ ਪਲੱਸ ਹੋ ਜਾਣੇ ਨੇ, ਤਾਂ ਇਹ ਆਏਗਾ ਬੱਚੋ 10। ਠੀਕ ਹੈ, ਤਾਂ ਇਹਦਾ ਮਤਲਬ ਇਹ ਤਾਂ ਗਲਤ ਹੈਗਾ। ਠੀਕ ਹੈ, ਤਾਂ ਇਹ ਆਨਸਰ ਸਾਡਾ ਆਉਣਾ ਨਹੀਂ। ਉਸ ਤੋਂ ਬਾਅਦ ਨੈਕਸਟ ਹੈਗਾ ਕਿ -7 ਦੇ ਵਿੱਚ ਜੇਕਰ ਅਸੀਂ 3 ਨੂੰ ਜੋੜਦੇ ਹਾਂ ਤਾਂ -4 ਆਨਸਰ ਆ ਰਹੇ ਨੇ। ਇਹਦੇ ਵਿੱਚ ਇੱਥੇ ਕੀ ਆ, ਪਲੱਸ ਮਾਈਨਸ। ਠੀਕ ਹੈ, ਦੋ ਸਾਈਨ ਆ ਗਏ ਤੇ ਅਸੀਂ ਸਮਾਈਲੀ ਫੇਸ ਬਣਾਇਆ, ਅਸੀਂ ਦੋ ਸਾਈਨ ਨੂੰ ਕਵਰ ਕੀਤਾ, ਸਾਡੇ ਕੋਲ ਬਚਿਆ ਮਾਈਨਸ ਦਾ ਸਾਈਨ। ਇਹਦਾ ਮਤਲਬ ਮਾਈਨਸ ਤੇ ਪਲੱਸ ਜਿਹੜੇ ਨੇ ਉਹ ਮਾਈਨਸ ਹੁੰਦੇ ਨੇ ਤੇ ਇੱਥੇ -7 ਆ ਜਾਣੇ ਨੇ। ਤੇ ਜਦੋਂ ਅਸੀਂ ਇੱਕ ਪਲੱਸ ਦਾ ਸਾਈਨ ਹੈ, ਇੱਕ ਮਾਈਨਸ ਦਾ ਸਾਈਨ ਹੈ, ਦੁਬਾਰਾ ਫਿਰ ਅਸੀਂ ਮਾਈਨਸ ਕਰਾਂਗੇ ਤੇ ਜਦੋਂ ਅਸੀਂ ਮਾਈਨਸ ਕਰਾਂਗੇ ਤਾਂ ਬੱਚੋ ਆਨਸਰ 4 ਆਏਗਾ ਤੇ ਸਾਈਨ ਉਹ ਆਏਗਾ ਜਿਹੜੀ ਵੱਡੀ ਵੈਲਿਊ ਹੈ। ਵੱਡੀ ਵੈਲਿਊ ਇੱਥੇ ਕਿਹੜੀ ਹੈ, 7, ਤੇ 7 ਦੇ ਨਾਲ ਮਾਈਨਸ ਦਾ ਸਾਈਨ ਹੈ, ਇਸ ਕਰਕੇ ਇੱਥੇ -4 ਆ ਗਏ। ਇਹਦਾ ਮਤਲਬ ਸਾਡਾ ਆਨਸਰ ਇਹੀ ਠੀਕ ਹੈਗਾ। ਉਸ ਤੋਂ ਬਾਅਦ ਅਗਲਾ ਵੀ ਬੱਚੇ ਅਸੀਂ ਕਰਕੇ ਦੇਖ ਲੈਂਦੇ ਹਾਂ। ਠੀਕ ਹੈ, ਸੀ ਪਾਰਟ ਦੇ ਵਿੱਚ ਕੀ ਹੈਗਾ, ਪਹਿਲਾਂ -1 ਨੇ, ਉਸ ਤੋਂ ਬਾਅਦ ਅੱਗੇ ਬੱਚੇ ਵੱਡੀ ਬ੍ਰੈਕਟ ਹੈ ਤੇ ਇੱਥੇ ਲਿਖਿਆ ਹੈ 5, ਉਸ ਤੋਂ ਬਾਅਦ ਜਮਾ ਮਾਈਨਸ, ਦੋ ਸਾਈਨ ਇਕੱਠੇ ਆ ਗਏ ਤੇ ਪਲੱਸ ਮਾਈਨਸ ਹੁੰਦਾ ਹੈ, ਇੱਥੇ -3 ਆ ਜਾਣੇ ਨੇ। ਠੀਕ ਹੈ, ਤਾਂ ਇਹ ਆ ਗਿਆ -1 ਪਲੱਸ ਇੱਥੇ ਕੀ ਆ ਗਿਆ ਬੱਚੋ 2 ਤੇ ਇਹ ਆਨਸਰ ਆ ਗਿਆ 3। 2 ਦੇ ਵਿੱਚੋਂ 1 ਮਾਈਨਸ ਕਰੂੰਗੇ, ਆਨਸਰ ਆਏਗਾ 1। ਇਸੇ ਤਰ੍ਹਾਂ ਬੱਚੋ ਇੱਥੇ ਹੈ -1 ਜਮਾ ਦੇ 5। ਠੀਕ ਹੈ, ਬ੍ਰੈਕਟ ਵਿੱਚ ਲਿਖੇ ਨੇ। ਉਸ ਤੋਂ ਬਾਅਦ ਫਿਰ ਮਾਈਨਸ ਇਹ ਕੀ ਹੈ, ਪਲੱਸ ਹੋ ਜਾਣੇ ਨੇ, ਪਲੱਸ ਦੇ 3 ਆ ਗਏ ਤੇ 4 ਦੇ ਵਿੱਚੋਂ ਜਦੋਂ ਤੁਸੀਂ 1 ਕੱਢੋਗੇ ਤਾਂ ਇਹ ਸੌਰੀ 5 ਦੇ ਵਿੱਚੋਂ 1 ਕੱਢੋਗੇ ਤਾਂ ਆਨਸਰ ਆਏਗਾ 4। 4 ਜਮਾ 3 ਕੀ ਆ ਗਿਆ ਬੱਚੇ, 7। ਤੇ ਦੋਨੋਂ ਆਨਸਰ ਬਰਾਬਰ ਨਹੀਂ ਆ ਰਹੇ, ਇਹਦਾ ਮਤਲਬ ਇਹ ਵੀ ਰੋਂਗ ਸਟੇਟਮੈਂਟ ਸੀਗੀ। ਠੀਕ ਹੈ, ਇਹ ਵੀ ਇਹਦੇ ਬਰਾਬਰ ਨਹੀਂ ਹੈਗਾ। ਠੀਕ ਹੈ, ਤਾਂ ਇਹ ਵੀ ਰੋਂਗ ਹੋ ਗਿਆ, ਇਹ ਵੀ ਰੋਂਗ ਹੋ ਗਿਆ, ਤੇ ਆਨਸਰ ਜਿਹੜਾ ਆ ਸਹੀ ਕਿਹੜਾ ਆ, ਬੀ ਆਪਸ਼ਨ। ਓਕੇ, ਉਸ ਤੋਂ ਬਾਅਦ ਨੈਕਸਟ ਵਿੱਚ ਫਿਰ MCQ ਦੇ ਰੂਪ ਦੇ ਵਿੱਚ ਸਮ ਹੈਗੇ ਨੇ। ਇਹ ਕੀ ਹੈਗਾ ਨੇ, -19, ठीक है, -13। ठीक है, क्योंकि जमा प्लस माइनस हो जाएगा। ठीक है, तो माइनस होने ਨੂੰ प्लस कर देना है तो ਇਹਦਾ ਆਨਸਰ ਜਿਹੜਾ ਹੈ 32 ਆਏਗਾ ਤੇ ਸਾਈਨ ਆਏਗਾ ਜਿਹੜੀ ਵੱਡੀ ਵੈਲਿਊ ਹੈ। ਵੱਡੀ ਵੈਲਿਊ ਇੱਥੇ ਬੱਚੇ ਮਾਈਨਸ ਦੀ ਹੈ ਤੇ -32 ਇਹਦਾ ਆਨਸਰ ਆਵੇਗਾ। ਠੀਕ ਹੈ, ਉਸ ਤੋਂ ਬਾਅਦ ਬੱਚੇ ਹੁਣ ਅਗਲਾ ਸਮ ਜਿਹੜਾ ਉਹ ਹੈਗਾ -6 ਦੀ ਗੁਣਾ ਹੈਗੀ ਆ -5 ਦੇ ਨਾਲ। ਠੀਕ ਹੈ, ਮਲਟੀਪਲੀਕੇਸ਼ਨ ਹੈ, ਫਿਰ ਨਾਲ ਹੈਗੀ 0। ਤੇ ਪਿਆਰੇ ਵਿਦਿਆਰਥੀਓ ਇੱਕ ਚੀਜ਼ ਯਾਦ ਰੱਖਣਾ, ਕੋਈ ਵੀ ਸੰਖਿਆ ਹੋਵੇ, ਠੀਕ ਹੈ, ਕੋਈ ਵੀ ਸੰਖਿਆ, ਦੁਨੀਆ ਦੀ ਕੋਈ ਵੀ ਸੰਖਿਆ ਹੈ, ਅਗਰ ਉਹਨੂੰ ਤੁਸੀਂ ਗੁਣਾ ਕਰ ਦਿੰਦੇ ਹੋ 0 ਦੇ ਨਾਲ ਤਾਂ ਬੱਚੋ ਉਹ 0 ਬਣ ਜਾਂਦੀ ਹੈ। ਠੀਕ ਹੈ, ਉਹ ਸਾਰੀ ਸੰਖਿਆ 0 ਹੋ ਜਾਂਦੀ ਹੈ। ਦਿਸ ਇਜ਼ ਦੀ ਪਾਵਰ ਆਫ 0। ਠੀਕ ਹੈ, 0 ਦੀ ਇਹ ਪਾਵਰ ਹੈ ਕਿ ਅਗਰ 0 ਨੂੰ ਕਿਸੇ ਵੀ ਸੰਖਿਆ ਦੇ ਨਾਲ ਗੁਣਾ ਕਰ ਦਈਏ ਨਾ, ਠੀਕ ਹੈ, ਤੇ ਬੱਚੋ ਉਹ ਸੰਖਿਆ ਫਿਰ 0 ਹੋ ਜਾਂਦੀ, ਚਾਹੇ ਇੱਥੇ 1 ਕਰੋੜ ਵੀ ਹੁੰਦਾ। ਠੀਕ ਹੈ, ਤੇ 1 ਕਰੋੜ 1 2 3 4 5 6 7 1 ਕਰੋੜ ਵੀ ਹੁੰਦਾ ਤੇ ਉਹਨੂੰ 0 ਨਾਲ ਗੁਣਾ ਕਰ ਦਿੰਦੇ ਤੇ ਬੱਚੋ ਫਿਰ ਉਹ 0 ਹੋ ਜਾਣਾ। ਠੀਕ ਹੈ, ਤਾਂ ਇਹਦਾ ਆਨਸਰ ਜਿਹੜਾ ਉਹ ਕੀ ਹੈ, 0 ਆਏਗਾ, ਮਤਲਬ 0। ਠੀਕ ਹੈ, ਉਸ ਤੋਂ ਬਾਅਦ ਬੱਚੋ 0 ਨੂੰ, ਠੀਕ ਹੈ, 0 ਸੰਖਿਆ ਨੂੰ ਮਤਲਬ 0 ਨੂੰ ਕਿਸੇ ਵੀ ਸੰਖਿਆ ਦੇ ਨਾਲ ਜੇ ਤੁਸੀਂ ਭਾਗ ਕਰਦੇ ਹੋ, ਠੀਕ ਹੈ, ਕਿਸੇ ਵੀ ਸੰਖਿਆ ਦੇ ਨਾਲ। ਠੀਕ ਹੈ, ਇੱਥੇ ਦੇਖੋ ਸੰਖਿਆ ਹੈਗੀ ਸਾਡੇ ਕੋਲ 0 ਨੂੰ ਅਸੀਂ -10 ਨਾਲ ਡਿਵਾਈਡ ਕੀਤਾ ਹੋਇਆ ਤੇ ਬੱਚੋ ਕੀ ਆਨਸਰ ਆਉਣਾ ਚਾਹੀਦਾ, ਕੋਈ ਦੱਸ ਸਕਦਾ ਹੈ?
ਕੋਈ ਬੱਚਾ ਇਹਦਾ ਆਨਸਰ ਅਗਰ ਦੱਸ ਸਕਦਾ ਹੋਵੇ ਤੇ ਪਿਆਰੇ ਵਿਦਿਆਰਥੀਓ ਥਰਡ ਸਮ ਦਾ ਜਿਹੜਾ ਆਨਸਰ ਹੈ ਕੀ ਆਏਗਾ। ਦੇਖੋ ਯਾਦ ਰੱਖਣਾ ਕਿਸੇ ਵੀ ਸੰਖਿਆ ਦੇ ਨਾਲ ਅਗਰ ਅਸੀਂ 0 ਨੂੰ ਡਿਵਾਈਡ ਕਰਦੇ ਹਾਂ ਤੇ ਆਨਸਰ ਸ਼ੁੱਡ ਬੀ ਆਲਵੇਜ਼ 0। ਠੀਕ ਹੈ, ਹਮੇਸ਼ਾ 0 ਆਨਸਰ ਆਉਂਦਾ ਹੈ ਤੇ ਇਹਦਾ ਆਨਸਰ ਵੀ 0 ਹੀ ਆਵੇਗਾ। ਓਕੇ, ਉਸ ਤੋਂ ਬਾਅਦ ਪਿਆਰੇ ਵਿਦਿਆਰਥੀਓ ਨੈਕਸਟ ਜਿਹੜਾ ਸਮ ਹੈਗਾ ਇਹ ਕੀ ਹੈ, ਇਹ ਇੱਕ ਰੂਲ ਲਾ ਕੇ ਹੋਣਾ ਹੈ। ਆਓ ਇਹਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਇੱਥੇ ਹੈਗਾ -33 ਇੰਟੂ 102, ਠੀਕ ਹੈ, ਪਲੱਸ -33 ਇੰਟੂ -2, ਠੀਕ ਹੈ। ਕਈ ਬੱਚੇ ਕੀ ਕਰਦੇ ਨੇ, ਇਹਨਾਂ ਦੋਨਾਂ ਦੀ ਗੁਣਾ ਕਰ ਦਿੰਦੇ ਨੇ, ਇਹਨਾਂ ਦੋਨਾਂ ਦੀ ਮਲਟੀਪਲੀਕੇਸ਼ਨ ਕਰਕੇ ਫਿਰ ਇਹਨੂੰ ਐਡ ਕਰਦੇ ਨੇ, ਠੀਕ ਹੈ, ਜੋ ਕਿ ਬੱਚੇ ਲੈਂਥੀ ਪ੍ਰੋਸੀਜਰ ਹੈ, ਹੋ ਤਾਂ ਜਾਏਗਾ, ਆਨਸਰ ਤਾਂ ਉਹਦੇ ਨਾਲ ਵੀ ਆ ਜਾਣਾ ਹੈ ਅਕੋਰਡਿੰਗ ਟੂ ਦੀ ਰੂਲਸ। ਬਟ ਜੇ ਤੁਸੀਂ ਇਹਨੂੰ ਥੋੜਾ ਜਿਹਾ ਬ੍ਰੇਨ ਲਗਾਓ ਆਪਣਾ ਕਿ ਇਹਦੇ ਵਿੱਚ ਦੇਖੋ 33 ਇਸ ਵੈਲਿਊ ਦੇ ਵਿੱਚ ਵੀ ਹਨ, ਇਸ ਵੈਲਿਊ ਦੇ ਵਿੱਚ ਵੀ ਹੈ, ਇਹਦੀ ਇਹਦੇ ਨਾਲ ਮਲਟੀਪਲੀਕੇਸ਼ਨ ਹੈ, ਇਹਦੀ ਇਹਦੇ ਨਾਲ ਮਲਟੀਪਲੀਕੇਸ਼ਨ ਹੈ ਤੇ ਪਲੱਸ ਦਾ ਨਿਸ਼ਾਨ ਵਿੱਚ ਹੈਗਾ, ਠੀਕ ਹੈ। ਤੇ ਮਾਈਨਸ ਦੇ 33 ਇਹਦਾ ਮਤਲਬ ਦੋਨਾਂ ਦੇ ਵਿੱਚ ਕਾਮਨ ਆ ਗਿਆ, ਇਹਨੂੰ ਬਾਹਰ ਕੱਢ ਲਈਏ ਅਸੀਂ। ਜਦੋਂ ਬਾਹਰ ਕੱਢੂਗੇ ਤਾਂ ਇੱਥੇ ਆ ਜਾਣਾ 102, ਠੀਕ ਹੈ, ਪਲੱਸ ਦਾ ਨਿਸ਼ਾਨ ਇੱਦੀ ਰੱਖੇਗਾ, ਉਸ ਤੋਂ ਬਾਅਦ ਮਾਈਨਸ ਦੇ ਇੱਥੇ ਆ ਗਿਆ 2, ਠੀਕ ਹੈ। ਤੇ ਬੱਚੋ ਹੁਣ ਇਹ ਪਲੱਸ ਮਾਈਨਸ ਕੀ ਹੋ ਜਾਏਗਾ, ਦੇਖੋ ਇੱਕ ਪਲੱਸ ਦੀ ਵੈਲਿਊ ਹੈ, ਇੱਕ ਮਾਈਨਸ ਦੀ ਵੈਲਿਊ ਹੈ, ਪਲੱਸ ਮਾਈਨਸ ਮਾਈਨਸ ਹੋ ਜਾਂਦੇ ਨੇ, ਇਹਦਾ ਮਤਲਬ ਇੱਥੇ ਆ ਜਾਏਗਾ ਮਾਈਨਸ ਦੇ ਕਿੰਨੇ ਆ ਜਾਣਗੇ, 2 ਆ ਜਾਣਗੇ, ਠੀਕ ਹੈ। ਤਾਂ 102 ਦੇ ਵਿੱਚੋਂ ਤੁਸੀਂ 2 ਨੂੰ ਮਾਈਨਸ ਕਰੋਗੇ ਤਾਂ ਤੁਹਾਨੂੰ ਮਿਲੇਗਾ 100, ਠੀਕ ਹੈ। ਤਾਂ 33 ਦੀ ਗੁਣਾ ਹੋ ਗਈ 100 ਦੇ ਨਾਲ, ਤਾਂ ਬੱਚੋ ਇਹ ਮਾਈਨਸ ਦੇ 3300 ਆਨਸਰ ਆ ਗਿਆ। ਤਾਂ ਬੱਚੋ ਮਾਈਨਸ ਦਾ 3300 ਆਨਸਰ ਬੀ ਆਪਸ਼ਨ ਹੈ, ਠੀਕ ਹੈ। ਸੋ ਇਹਦਾ ਆਨਸਰ ਬੀ ਆਪਸ਼ਨ ਆਏਗਾ। ਅਗਲੇ ਦਾ ਬੱਚੇ ਆਨਸਰ ਹੁਣ ਤੁਸੀਂ ਦੱਸੋ ਕੀ ਆਉਣਾ ਚਾਹੀਦਾ। ਦੇਖੋ ਇਹਦੇ ਵਿੱਚ -1, ਠੀਕ ਹੈ, ਇੱਥੇ ਦੇਖੋ ਪਲੱਸ ਦਾ ਨਿਸ਼ਾਨ ਹੈ, ਇੱਥੇ ਹੈਗਾ 101 ਗੁਣਾ -1, ਇੱਥੇ ਪਲੱਸ ਫਿਰ ਉਸ ਤੋਂ ਬਾਅਦ 0 ਹੈਗਾ, 0 ਗੁਣਾ -1, ਇਹਦਾ ਮਤਲਬ -1 ਇਹਦੇ ਵਿੱਚ ਕਾਮਨ ਹੈਗਾ, ਇਹਨੂੰ ਬਾਹਰ ਕੱਢ ਲਓ। ਉਸ ਤੋਂ ਬਾਅਦ ਕੀ ਬਚਿਆ 101 ਜਮਾ ਦੇ 2, ਠੀਕ ਹੈ, 101 ਜਮਾ ਦੇ 2, ਇਟ ਮੀਨਸ ਇਹ ਕੀ ਆ ਗਿਆ ਬੱਚੋ, 101 ਨੂੰ 2 ਨਾਲ ਐਡ ਕੀਤਾ ਤਾਂ ਇਹ ਆ ਗਿਆ 101 ਤੇ ਨਾਲ ਹੈਗਾ -1 ਦੀ ਮਲਟੀਪਲੀਕੇਸ਼ਨ, ਇਹਦਾ ਮਤਲਬ ਮਾਈਨਸ ਦੇ 101 ਆਨਸਰ ਆ ਰਿਹਾ, ਇਹ ਆਪਸ਼ਨ ਇਹਦੀ ਆਨਸਰ ਦੇ ਵਿੱਚ ਆਵੇਗੀ, ਠੀਕ ਹੈ। ਇਹ ਸਮ ਹੋ ਗਿਆ। ਉਸ ਤੋਂ ਬਾਅਦ ਅਗਲੇ ਬੱਚੇ ਡਿਵੀਜ਼ਨ ਵਾਲੇ ਸਮ ਹਨ, ਠੀਕ ਹੈ, MCQ ਬੇਸਡ ਹੈ ਇਸੇ ਚੈਪਟਰ ਦੇ, ਤੇ ਇਹ ਹਨ ਬੱਚੇ ਦੇਖੋ -8 ਨੂੰ ਤੁਸੀਂ 2 ਨਾਲ ਡਿਵਾਈਡ ਕੀਤਾ ਤੇ ਪਿਆਰੇ ਵਿਦਿਆਰਥੀਓ ਇਹਦਾ ਆਨਸਰ ਜਿਹੜਾ ਆ ਉਹ -4 ਆਵੇਗਾ, ਠੀਕ ਹੈ, ਕਿਉਂਕਿ 4 ਦੂਣੀ ਕਿੰਨੇ ਹੁੰਦੇ ਨੇ 8 ਤੇ -4 ਇਹਦੇ ਆਨਸਰ ਆ ਗਏ। ਉਸ ਤੋਂ ਬਾਅਦ ਨੈਕਸਟ ਹੈਗਾ -7 ਨੂੰ ਅਸੀਂ -7 ਨਾਲ ਡਿਵਾਈਡ ਕਰਨਾ ਹੈ, ਮਾਈਨਸ ਨਾਲ ਮਾਈਨਸ ਕੈਂਸਲ ਹੋ ਜਾਣੀ ਹੈ ਇੱਥੇ, ਠੀਕ ਹੈ, ਤੇ ਇਹ ਆਨਸਰ ਆਏਗਾ 7 1 ਦਾ 7, ਠੀਕ ਹੈ, 1 ਆਨਸਰ ਆਏਗਾ। ਓਕੇ, ਤੇ ਬੱਚੋ ਇਹਦੇ ਵਿੱਚ ਦੇਖੋ ਹੁਣ ਆਪਸ਼ਨ ਜਿਹੜੀ ਆ ਉਹ ਕੋਈ ਵੀ ਨਹੀਂ ਹੈ, ਇੱਥੇ -1 ਦੀ ਆਪਸ਼ਨ ਹੈਗੀ ਆ ਪਰ ਇਹ ਗਲਤ ਹੈ, 49 ਆਣਾ ਨਹੀਂ ਹੈ, ਇਹ ਵੀ ਨਹੀਂ ਆਣਾ, ਤਾਂ ਨਨ ਆਫ ਥੀਸ ਆਨਸਰ ਆਵੇਗਾ, ਠੀਕ ਹੈ। ਸੋ ਨਨ ਆਫ ਥੀਸ ਵਿਲ ਬੀ ਦਾ ਆਨਸਰ। ਉਸ ਤੋਂ ਬਾਅਦ 0 ਦੀ ਭਾਗ ਤੁਹਾਨੂੰ ਮੈਂ ਦੱਸਿਆ ਸੀ, 0 ਦੀ ਡਿਵੀਜ਼ਨ ਅਗਰ ਤੁਸੀਂ ਕਿਸੇ ਵੀ ਨੰਬਰ ਨਾਲ ਕਰਦੇ ਹੋ ਤਾਂ ਆਨਸਰ ਹਮੇਸ਼ਾ ਕੀ ਆਂਦਾ ਹੈ, ਕੀ ਆਂਦਾ ਹੈ 2, ਓਕੇ, ਨੋ, ਠੀਕ ਹੈ ਬੱਚੋ, ਇੱਕ ਤੋਂ ਕੀ ਆਣਾ ਚਾਹੀਦਾ ਹੈ ਮਾਈਨਸ ਦੇ 2 ਆਣਗੇ, ਅੱਛਾ ਨਹੀਂ, ਓਕੇ 1 ਆਣਗੇ, ਨਹੀਂ ਇਹ ਵੀ ਨਹੀਂ ਆਏਗਾ, ਠੀਕ ਹੈ, ਇਹ ਤਾਂ ਪਤਾ ਹੀ ਹੈ ਤੁਹਾਨੂੰ। ਤਾਂ ਆਨਸਰ ਜਿਹੜਾ ਉਹ ਕੀ ਆਣਾ ਚਾਹੀਦਾ 0 ਆਣਾ ਚਾਹੀਦਾ, ਠੀਕ ਹੈ। ਤਾਂ 0 ਆਨਸਰ ਆਏਗਾ ਕਿ 0 ਨੂੰ 2 ਦੇ ਨਾਲ ਜੇ ਅਸੀਂ ਡਿਵਾਈਡ ਕਰਦੇ ਹਾਂ ਤਾਂ ਆਨਸਰ ਵੁੱਡ ਬੀ 0, ਠੀਕ ਹੈ। ਕਿਸੇ ਵੀ ਸੰਖਿਆ ਨੂੰ ਇਹ ਯਾਦ ਰੱਖਣਾ ਹੈ, ਠੀਕ ਹੈ, ਉੱਪਰ 0 ਹੈ, ਥੱਲੇ ਕੋਈ ਵੀ ਸੰਖਿਆ ਹੈ, ਭਾਵੇਂ 1 ਕਰੋੜ ਨਹੀਂ ਹੈਗਾ, ਠੀਕ ਹੈ, ਤਾਂ ਕੋਈ ਵੀ ਸੰਖਿਆ ਹੋਗੀ ਜਦੋਂ ਤੁਸੀਂ ਉਹਨੂੰ ਡਿਵਾਈਡ ਕਰਦੇ ਹੋ ਮਤਲਬ ਐਨੀ ਨੰਬਰ ਦੇ ਨਾਲ, ਠੀਕ ਹੈ, ਤਾਂ ਵਿੱਚੋਂ ਆਨਸਰ ਹਮੇਸ਼ਾ ਕੀ ਆਂਦਾ ਹੈ 0 ਆਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਵਿੱਚ ਇਹ ਲਾਸਟ ਟਰੂ ਫਾਲਸ ਦੇ ਰੂਪ 'ਚ ਸਮ ਹੈਗੇ ਨੇ, ਲਾਸਟ ਹੀ ਸਮ ਹੈ। ਪਹਿਲਾ ਹੈਗਾ 2 ਸੰਪੂਰਨ ਸੰਖਿਆਵਾਂ ਦਾ ਭਾਗਫਲ ਹਮੇਸ਼ਾ ਇੱਕ ਸੰਪੂਰਨ ਸੰਖਿਆ ਹੁੰਦਾ ਹੈ। ਤੇ ਪਿਆਰੇ ਵਿਦਿਆਰਥੀਓ 2 ਸੰਪੂਰਨ ਸੰਖਿਆਵਾਂ ਦਾ ਭਾਗਫਲ ਹਮੇਸ਼ਾ ਇੱਕ ਸੰਪੂਰਨ ਸੰਖਿਆ ਹੁੰਦਾ ਹੈ। ਇਹਦਾ ਵਿੱਚ ਆਨਸਰ ਜਿਹੜਾ ਆ ਉਹ ਕੀ ਆਣਾ ਚਾਹੀਦਾ ਹੈ। ਦੇਖੋ 2 ਸੰਪੂਰਨ ਸੰਖਿਆਵਾਂ ਕੋਈ ਵੀ ਲੈ ਲਓ ਤੁਸੀਂ, ਇੱਕ 2 ਲੈ ਲਓ, ਦੂਸਰੀ -2 ਲੈ ਲਓ, ਠੀਕ ਹੈ। ਜਦੋਂ ਤੁਸੀਂ ਇਹਨਾਂ ਦੋਨਾਂ ਨੂੰ ਡਿਵਾਈਡ ਕਰਦੇ ਹੋ, ਠੀਕ ਹੈ, ਤਾਂ ਡਿਵਾਈਡ ਕਰਕੇ ਬੱਚੇ ਤੁਹਾਨੂੰ -1 ਮਿਲਿਆ, ਤਾਂ ਉਹ ਵੀ ਇੱਕ ਕੀ ਹੈ ਸੰਪੂਰਨ ਸੰਖਿਆ ਆ ਗਈ, ਠੀਕ ਹੈ। ਤਾਂ ਲੇਕਿਨ ਜੇਕਰ ਤੁਸੀਂ 2 ਨੂੰ 0 ਨਾਲ ਡਿਵਾਈਡ ਕਰ ਦਿੰਦੇ ਹੋ, ਠੀਕ ਹੈ, ਤਾਂ ਆਨਸਰ ਬੱਚੇ ਨੋਟ ਡਿਫਾਈਨਡ ਆਉਂਦਾ, ਠੀਕ ਹੈ, ਮਤਲਬ ਉੱਥੇ ਫਿਰ ਕੋਈ ਸੰਖਿਆ ਆਣੀ ਨਹੀਂ ਹੈਗੀ, ਠੀਕ ਹੈ। ਤਾਂ 2 ਸੰਪੂਰਨ ਸੰਖਿਆਵਾਂ ਦਾ ਭਾਗਫਲ ਹਮੇਸ਼ਾ ਇੱਕ ਸੰਪੂਰਨ ਸੰਖਿਆ ਹੁੰਦਾ ਹੈ, ਹਮੇਸ਼ਾ ਟਰੂ ਨਹੀਂ ਹੁੰਦਾ, ਤਾਂ ਇਸ ਕਰਕੇ ਇਹਦਾ ਆਨਸਰ ਜਿਹੜਾ ਹੈ ਉਹ ਕੀ ਆਏਗਾ
गलत आएगा, फॉल्स आएगा। ठीक है, अगला आएगा जेकर ए ਤੇ बी दो गैर बराबर ਅਤੇ गैर सिफर दो संपूर्ण संख्यावां ਹਨ ਤਾਂ ਪਿਆਰੇ ਵਿਦਿਆਰਥੀਓ ਫਿਰ ਦੇਖੋ ਹੁਣ ਕੀ ਹੈਗਾ, ਜੇਕਰ ਦੋ A ਤੇ B ਦੋ ਨੰਬਰ ਹੈਗੇ ਨੇ, ਠੀਕ ਹੈ, ਤੇ ਉਹ ਕੀ ਅਨਇਕੁਅਲ ਵੀ ਆ, ਨॉन ਜ਼ੀਰੋ ਇੰਟੀਜਰਸ ਹੈਗੇ ਨੇ, ਦੈਨ A ਡਿਵਾਈਡ ਬਾਈ B would be equal to B ਡਿਵਾਈਡ ਬਾਈ A। ਕੀ ਇਹ ਟਰੂ ਹੋਏਗਾ ਜਾਂ ਨਹੀਂ ਹੋਏਗਾ? ਇਹਦੇ ਲਈ ਬੱਚੋ ਅਸੀਂ ਇੱਕ ਇਦਾਂ ਕਰਦੇ ਹਾਂ, एग्जाम्पल ले लेने, मान लो 3 ਨੂੰ 2 ਨਾਲ ਡਿਵਾਈਡ ਕਰ ਦਿਓ, ਠੀਕ ਹੈ, ਤਾਂ ਇਹਦਾ ਆਨਸਰ ਬੱਚੇ 1/1.5 ਆਏਗਾ। ਜੇ ਤੁਸੀਂ 2 ਨੂੰ 3 ਨਾਲ ਡਿਵਾਈਡ ਕਰਦੇ ਹੋ ਤਾਂ ਇਹਦਾ ਆਨਸਰ ਕੁਛ ਹੋਰ ਆਏਗਾ। ਠੀਕ ਹੈ, ਸੋ ਪਿਆਰੇ ਵਿਦਿਆਰਥੀਓ ਅਸੀਂ ਇਹ ਗੱਲ ਕਹਾਂਗੇ ਕਿ ਇਹ ਵੀ ਟਰੂ ਆਨਸਰ ਨਹੀਂ ਹੈਗਾ। ਠੀਕ ਹੈ, ਤਾਂ ਇਹ ਕੀ ਹੈ, ਫਾਲਸ ਹੈਗਾ। ਠੀਕ ਹੈ, ਸੋ ਬੱਚੋ ਇਹ ਸੀਗੇ ਤੁਹਾਡੇ ਸਾਰੇ ਇੰਪੋਰਟੈਂਟ ਸਮਸ, ਇਹਨਾਂ ਬਾਰੇ ਅਸੀਂ ਡਿਸਕਸ ਕਰ ਲਿਆ। ਠੀਕ ਹੈ, ਇਸ ਚੈਪਟਰ ਦੇ ਸਮ ਕਰ ਲਏ ਨੇ। ਕੱਲ ਅਸੀਂ ਨੈਕਸਟ ਵੀਡੀਓ ਦੇ ਵਿੱਚ ਜਿਹੜੇ ਰਿਮੇਨਿੰਗ 2 ਚੈਪਟਰ ਹੈਗੇ ਨੇ ਉਹਨਾਂ ਬਾਰੇ ਕਰਾਂਗੇ, ਤਾਂ ਉਹ ਵੀ ਸੈਕਸ਼ਨ ਤੁਹਾਡਾ ਲਾਈਵ ਸੈਸ਼ਨ ਹੀ ਹੋਵੇਗਾ। ਠੀਕ ਹੈ ਬੱਚੋ, ਸੋ ਥੈਂਕ ਯੂ ਸੋ ਮਚ। ਇਹਨਾਂ ਸਾਰੇ ਸਮ ਦੀ ਤਿਆਰੀ ਹੁਣ ਤੁਸੀਂ ਆਪਣੇ ਕਾਪੀ ਦੇ ਉੱਪਰ ਲਿਖ ਕੇ ਕਰਨੀ ਹੈਗੀ ਆ। ਠੀਕ ਹੈ, ਥੈਂਕ ਯੂ ਬੱਚੇ।